ਦਿਸ਼ਾ ਪਰਿਵਰਤਨ ਦੇ ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਪਰਮੇਸ਼ਰ ਪਿਤਾ ਦਾ ਧੰਨਵਾਦ ਹੋਵੇ ਕਿ ਉਹਨੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਤੁਹਾਡੇ ਨਾਲ ਇੱਕ ਵਾਰ ਫਿਰ ਤੋਂ ਪਰਮੇਸ਼ਰ ਦੇ ਵਚਨ ਦੇ ਦੁਆਰਾ ਗੱਲਬਾਤ ਕਰਨ ਦੇ ਲਈ ਤੁਹਾਡੇ ਸਾਹਮਣੇ ਪੇਸ਼ ਹੋ ਸਕ ਰਹੇ ਹਾਂ। ਦੋਸਤੋ, ਅਸੀਂ ਮਸੀਹੀ ਵਿਸ਼ਵਾਸ ਦੀਆਂ ਬੁਨਿਆਦੀ ਗੱਲਾਂ ਦੀਆਂ ਲੜੀਵਾਰ ਸਿੱਖਿਆ ਵਿੱਚ ਪਿਛਲੇ ਪ੍ਰੋਗਰਾਮ ਦੇ ਵਿੱਚ ਸਦੀਪਕ ਜੀਵਨ ਦੇ ਬਾਰੇ ਸਿੱਖਿਆ ਸੀ। ਅੱਜ ਅਸੀਂ ਬਪਤਿਸਮਾ ਦੇ ਬਾਰੇ ਸਿੱਖਾਂਗੇ, ਜਿਵੇਂ ਕਿ ਬਪਤਿਸਮਾ ਕੀ ਹੈ, ਇਹਨੂੰ ਲੈਣਾ ਕਿਉਂ ਜ਼ਰੂਰੀ ਹੈ ਅਤੇ ਖੁਸ਼ਖਬਰੀ ਦੇ ਨਾਲ ਇਸ ਦਾ ਕੀ ਸੰਬੰਧ ਹੈ। ਕਿਸੇ ਵੀ ਮਸੀਹੀ ਵਿਅਕਤੀ ਦੇ ਲਈ ਬਪਤਿਸਮਾ ਦੇ ਬਾਰੇ ਜਾਣਨਾ ਕਿੰਨਾ ਜ਼ਰੂਰੀ ਹੈ। ਕੀ ਤੁਸੀਂ ਅੱਜ ਦੇ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਅਧਿਐਨ ਕਰਨ ਦੇ ਲਈ ਤਿਆਰ ਹੋ? ਤੇ ਫਿਰ ਆਓ ਬਿਨਾਂ ਦੇਰ ਕੀਤੇ ਵਧਦੇ ਹਾਂ ਆਪਣੇ ਅੱਜ ਦੇ ਅਧਿਐਨ ਦੇ ਵਿੱਚ। ਮਦਦ ਲਈ ਮੈਂ ਕਿਸ ਨੂੰ ਪੁਕਾਰਾਂ, ਅੱਖੀਆਂ ਚੁੱਕਣਾ ਹਾਂ ਮੈਂ ਵੱਲ ਪਹਾੜਾਂ, ਮਦਦ ਲਈ ਮੈਂ ਕਿਸ ਨੂੰ ਪੁਕਾਰਾਂ। ਮੇਰੀ ਮਦਦ ਨੂੰ ਰੱਬ ਆਪ ਹੀ ਆਇਆ, ਮੇਰੀ ਮਦਦ ਨੂੰ ਰੱਬ ਆਪ ਹੀ ਆਇਆ, ਜਿਹਨੇ ਧਰਤੀ ਆਕਾਸ਼ ਬਣਾਇਆ, ਤੇਰੇ ਪੈਰਾਂ ਨੂੰ ਦੇਵੇ ਖੁਲਾਰਾ, ਮਦਦ ਲਈ ਮੈਂ ਕਿਸ ਨੂੰ ਪੁਕਾਰਾਂ, ਅੱਖੀਆਂ ਚੁੱਕਣਾ ਹਾਂ ਮੈਂ ਵੱਲ ਪਹਾੜਾਂ, ਮਦਦ ਲਈ ਮੈਂ। ਸਰੋਤਾ ਦੋਸਤੋ, ਅੱਜ ਦੇ ਇਸ ਦਿਸ਼ਾ ਪਰਿਵਰਤਨ ਪ੍ਰੋਗਰਾਮ 'ਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਇਸ ਪ੍ਰੋਗਰਾਮ ਵਿੱਚ ਮਸੀਹੀ ਵਿਸ਼ਵਾਸ ਦੀਆਂ ਮੂਲ ਸਿੱਖਿਆਵਾਂ ਨਾਂ ਦੀ ਲੜੀ ਵਿੱਚ ਅਸੀਂ ਇਹ ਸਿੱਖਾਂਗੇ ਕਿ ਬਾਈਬਲ ਬਪਤਿਸਮੇ ਬਾਰੇ ਕੀ ਆਖਦੀ ਹੈ। ਉਹ ਬਾਈਬਲ ਬਾਣੀ ਦਾ ਭਾਗ ਜਿਸ ਵਿੱਚੋਂ ਅਸੀਂ ਗੌਰ ਕਰਾਂਗੇ ਉਹ ਹੈ ਰਸੂਲਾਂ ਦੇ ਕਿਤਾਬ 8 ਅਧਿਆਇ 26 ਵਚਨ ਤੋਂ ਲੈ ਕੇ 40 ਵਚਨ ਤੱਕ। ਅੱਜ ਦੇ ਸੰਦੇਸ਼ ਦੀ ਰੂਪਰੇਖਾ ਕੁਝ ਇਸ ਤਰ੍ਹਾਂ ਹੋਵੇਗੀ। ਖੁਸ਼ਖਬਰੀ ਬਾਰੇ ਜਾਣ ਪਹਿਚਾਣ 8 ਅਧਿਆਇ 26 ਵਚਨ ਤੋਂ ਲੈ ਕੇ 28 ਤੱਕ। ਕੁਝ ਭਾਗ ਹਨ, ਉਹਨਾਂ ਭਾਗਾਂ ਨੂੰ ਅਸੀਂ ਗੌਰ ਦੇ ਨਾਲ ਸੁਣਾਂਗੇ। ਊੜਾ ਪ੍ਰਭੂ ਵੱਲੋਂ ਹੁਕਮ 8 ਅਧਿਆਇ 26 ਵਚਨ। ਐੜਾ ਪ੍ਰਚਾਰਕ ਦੇ ਦੁਆਰਾ ਆਗਿਆਕਾਰੀ 8 ਅਧਿਆਇ 27 ਵਚਨ। ਈੜੀ ਪਾਪੀ ਨੂੰ ਮਿਲਣ ਦਾ ਮੌਕਾ 8 ਅਧਿਆਇ 27 ਵਚਨ। ਸੱਸਾ ਪਰਮੇਸ਼ਰ ਦੀ ਬਾਣੀ ਲਈ ਖੁੱਲ੍ਹਾ ਮਨ 8 ਅਧਿਆਇ 28 ਵਚਨ। ਖੁਸ਼ਖਬਰੀ ਬਾਰੇ ਵਿਚਾਰ ਵਟਾਂਦਰਾ 8 ਅਧਿਆਇ 29 ਵਚਨ ਤੋਂ ਲੈ ਕੇ 35 ਵਚਨ ਤੱਕ। ਊੜਾ ਬਾਈਬਲ ਬਾਣੀ ਤੋਂ ਬਚਾਇਆ ਗਿਆ 8 ਅਧਿਆਇ 30 ਤੋਂ 34 ਵਚਨ ਤੱਕ। ਐੜਾ ਮੁਕਤੀ ਦਾਤਾ ਉੱਤੇ ਕੇਂਦਰਿਤ 8 ਅਧਿਆਇ 35 ਵਚਨ। ਖੁਸ਼ਖਬਰੀ ਨੂੰ ਕਬੂਲਣ ਲਈ ਸੱਦਾ 8 ਅਧਿਆਇ 36 ਵਚਨ ਤੋਂ ਲੈ ਕੇ 40 ਵਚਨ ਤੱਕ। ਊੜਾ ਵਿਸ਼ਵਾਸ ਦੀ ਉੱਤਰਦੇਹੀ 8 ਅਧਿਆਇ 36 ਵਚਨ ਤੋਂ ਲੈ ਕੇ 37 ਵਚਨ ਤੱਕ। ਐੜਾ ਬਪਤਿਸਮੇ ਦੀ ਉੱਤਰਦੇਹੀ 8 ਅਧਿਆਇ 38 ਵਚਨ। ਈੜੀ ਵਰਤੋਂ ਦੀ ਉੱਤਰਦੇਹੀ 8 ਅਧਿਆਇ 39 ਵਚਨ ਤੇ 40 ਵਚਨ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਖੁਸ਼ਖਬਰੀ ਦਾ ਸਿਮਲਿੰਤ ਸੁਭਾਅ, ਮਸੀਹ ਲਈ ਇੱਕ ਇਕੱਲੇ ਵਿਅਕਤੀ ਦਾ ਮਹੱਤਵ, ਪਰਮੇਸ਼ਰ ਦੇ ਆਤਮਾ ਦੀ ਤੁਰੰਤ ਆਗਿਆਕਾਰੀ ਦਾ ਮਹੱਤਵ, ਬਾਈਬਲ ਬਾਣੀ ਦੀ ਤੁਰੰਤ ਯਾਦ ਦਾ ਮਹੱਤਵ। ਬਪਤਿਸਮੇ ਬਾਰੇ ਸਾਡੇ ਮਨ ਫਰਾਉਣ ਵਾਲਿਆਂ ਨੂੰ ਹਦਾਇਤ ਦੇਣਾ ਮੈਂ ਚਾਹੁੰਦਾ ਹਾਂ ਕਿ ਆਪ ਆਪਣੀਆਂ ਬਾਈਬਲਾਂ ਨੂੰ ਰਸੂਲਾਂ ਦੀ ਕਿਤਾਬ ਦੀ ਪੁਸਤਕ 8 ਅਧਿਆਇ ਨੂੰ ਕੱਢੋ। ਅਸੀਂ ਇਸ ਅਧਿਆਇ ਦੇ ਅੰਤਲੇ ਵਚਨਾਂ ਦੇ ਅਧਿਐਨ ਕਰਨ ਜਾ ਰਹੇ ਹਾਂ। 26 ਐਤ ਤੋਂ ਅੱਗੇ ਇਸ ਕਰਕੇ ਆਪਣੀਆਂ ਬਾਈਬਲਾਂ ਨੂੰ ਖੁੱਲ੍ਹੀਆਂ ਰੱਖੋ। ਜਦੋਂ ਮੈਂ 1969 ਵਿੱਚ ਪਹਿਲਾਂ ਪਾਸਵਾਨ ਬਣਿਆ ਹੀ ਸੀ, ਤਦ ਮੈਂ 7 ਪਰਿਵਾਰਾਂ ਨਾਲ ਇੱਕ ਕਲੀਸਿਆ ਦਾ ਆਰੰਭ ਕਰਨ ਜਾ ਰਿਹਾ ਸੀ ਅਤੇ ਮੇਰੇ ਲਈ ਇਹ ਸਾਫ਼ ਜ਼ਾਹਿਰ ਹੋ ਗਿਆ ਸੀ
ਕਿ ਇੱਕੋ ਹੀ ਇੱਕ ਤਰੀਕਾ ਜਿਸ ਨਾਲ ਇੱਕ ਕਲੀਸਿਆ ਵਧਣ ਜਾ ਰਹੀ ਸੀ, ਤਾਂ ਉਹ ਸੀ ਨਵੇਂ ਲੋਕਾਂ ਨੂੰ ਮਸੀਹ ਲਈ ਜਿੱਤਣਾ। ਉਸ ਸਮੇਂ ਜਦੋਂ ਇਸ ਕਲੀਸਿਆ ਦਾ ਆਰੰਭ ਹੋ ਰਿਹਾ ਸੀ, ਉਦੋਂ ਅਸੀਂ ਕੁਝ ਅਸਥਾਈ ਘਰਾਂ ਵਿੱਚ ਹੀ ਮਿਲਦੇ ਹੁੰਦੇ ਸੀ। ਇਕੱਠੇ ਕੀਤੇ ਗਏ ਸਨ, ਜੋ ਕਿ 125 ਲੋਕਾਂ ਦੇ ਬੈਠਣ ਲਈ ਤਿਆਰ ਇੱਕ ਛੋਟੀ ਜਿਹੀ ਇਮਾਰਤ ਵਿੱਚ ਮਿਲਦੇ ਸਨ। ਅਤੇ ਇੱਕ ਬਾਈਬਲ ਕਾਲਜ ਵਿੱਚ ਵਿਦਿਆਰਥੀ ਹੁੰਦੇ ਹੋਇਆ ਮੇਰੇ ਲਈ ਇੱਕ ਹੈਰਾਨ ਕਰਨ ਵਾਲਾ ਪਲ ਸੀ, ਜਦੋਂ ਮੈਂ ਇਹ ਜਾਣ ਲਿਆ ਸੀ ਕਿ ਮੈਂ ਖੁਸ਼ਖਬਰੀ ਨੂੰ ਜਾਣਦੇ ਹੋਇਆਂ ਵੀ ਇਹ ਨਹੀਂ ਸੀ ਜਾਣਦਾ ਕਿ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰੀਦਾ ਹੈ। ਮੇਰੀ ਸਿਖਲਾਈ ਦੇ ਦੌਰਾਨ ਇਹ ਕਦੇ ਵੀ ਨਹੀਂ ਸੀ ਸਿੱਖਿਆ ਗਿਆ ਕਿ ਖੁਸ਼ਖਬਰੀ ਕਿਵੇਂ ਪੇਸ਼ ਕਰੀਦੀ ਹੈ, ਅਤੇ 4 ਆਤਮਿਕ ਨਿਯਮ ਨੂੰ ਸਿੱਖਣ ਦੀ ਕੋਸ਼ਿਸ਼ ਕੀਤੀ ਅਤੇ ਕੁਝ ਸਮਾਂ ਉਸੇ ਵਿੱਚ ਲਗਾਇਆ ਸੀ, ਅਤੇ ਮੈਂ ਕੁਝ ਇਹੋ ਜਿਹੇ ਪਰਚੇ ਵੀ ਲਏ ਜੋ ਆਪ ਨੂੰ ਖੁਸ਼ਖਬਰੀ ਬਾਰੇ ਆਮ ਗਿਆਨ ਬਖਸ਼ਦਾ ਹੈ। ਅਤੇ ਫਿਰ ਇੱਕ ਦਿਨ ਮੇਰਾ ਇੱਕ ਦੋਸਤ ਆਪਣੇ ਬਾਈਬਲ ਕਾਲਜ ਤੋਂ ਆਇਆ, ਜਿੱਥੇ ਡਾਕਟਰ ਜੇਮਸ ਕੈਂਡਲੀ ਸਿਖਾਉਂਦੇ ਆ ਰਹੇ ਸੀ। ਉਸਨੇ ਹੁਣੇ ਆਪਣੀ ਮਸੀਹ ਖੁਸ਼ਖਬਰੀ ਦੇ ਪ੍ਰਚਾਰ ਨੂੰ ਸਿਖਾਉਣਾ ਆਰੰਭ ਕੀਤਾ ਸੀ। ਉਸਨੇ ਇੱਕ 7 ਇੰਚ ਆਕਾਰ ਦੀ ਟੇਪ ਦੀ ਇੱਕ ਰੀਲ ਦਿੱਤੀ ਸੀ, ਜਿਸ ਨੂੰ ਆਪਣੇ ਟੇਪ ਰਿਕਾਰਡਰ ਵਿੱਚ ਲਗਾ ਕੇ ਸੁਣ ਲੱਗਾ। ਜਿਉਂ ਹੀ ਮੈਂ ਉਸ ਨੂੰ ਸੁਣ ਲੱਗਾ, ਮੈਂ ਸੋਚਿਆ, ਜੇਕਰ ਮੈਂ ਇਸ ਨੂੰ ਆਪਣੇ ਦਿਲ ਵਿੱਚ ਵਸਾ ਲਵਾਂ ਤਦ ਮੈਂ ਇਹ ਕਰ ਸਕਦਾ ਸੀ। ਇਸ ਵਿੱਚੋਂ ਕੁਝ ਵੀ ਛਪਿਆ ਹੋਇਆ ਨਹੀਂ ਸੀ, ਇਸ ਕਰਕੇ ਮੈਨੂੰ ਇਹ ਹੱਥੀਂ ਲਿਖਣਾ ਪਿਆ ਸੀ। ਇਸ ਤਰ੍ਹਾਂ ਮੈਂ ਉਸ ਟੇਪ ਦੇ ਸਾਰੇ ਸੰਦੇਸ਼ ਲਿਖ ਲਏ। ਫਿਰ ਮੈਂ ਇਸ ਨੂੰ ਪੇਸ਼ ਕਰਨਾ ਸਿੱਖਿਆ, ਖੁਸ਼ਖਬਰੀ ਨੂੰ ਪੇਸ਼ ਕਰਨਾ। ਫਿਰ ਮੈਂ ਇਸ ਦਾ ਅਭਿਆਸ ਕੀਤਾ ਅਤੇ ਡੋਨਾ ਨਾਂ ਦੀ ਲੜਕੀ ਨੂੰ ਇਸ ਦਾ ਪ੍ਰਚਾਰ ਕੀਤਾ। ਉਸਨੇ ਮੇਰੀ ਸੇਵਾ ਦੁਆਰਾ ਮਨ ਫਿਰਾਇਆ ਸੀ ਅਤੇ ਉਸਨੇ ਭੁਲਾ ਲਿਆ ਅਤੇ ਕਈ ਵਾਰ ਖੋਣਾ ਅਤੇ ਬਚਾਉਣਾ ਜਾਰੀ ਰੱਖਿਆ, ਇਸ ਤੋਂ ਪਹਿਲਾਂ ਕਿ ਅੰਤ ਵਿੱਚ ਮੈਂ ਇਹ ਸਿੱਖ ਹੀ ਲਿਆ ਸੀ ਕਿ ਇਹ ਕਿਵੇਂ ਕਰੀਦਾ ਹੈ। ਉਸ ਪਰਮੇਸ਼ਰ ਦੀ ਖੂਬਸੂਰਤੀ ਇਸ ਵਿੱਚ ਹੈ, ਇਹ ਇੱਕ ਨਿਆਂਪੁਰ ਵਿੱਚ ਪੇਸ਼ ਕੀਤੀ ਗਈ ਹੈ ਅਤੇ ਇਸ ਵਿੱਚ ਇੱਕ ਯੋਜਨਾ ਆਪ ਨੂੰ ਦਿੱਤੀ ਗਈ ਹੈ, ਜਿਸ ਦੇ ਪਿੱਛੇ ਆਪ ਚੱਲ ਸਕਦੇ ਹੋ। ਜ਼ਿਆਦਾਤਰ ਜਦੋਂ ਅਸੀਂ ਕਿਸੇ ਦੇ ਸਾਹਮਣੇ ਖੜੇ ਹੁੰਦੇ ਹਾਂ ਤਾਂ ਕਿ ਉਹਨਾਂ ਨਾਲ ਖੁਸ਼ਖਬਰੀ ਨੂੰ ਵੰਡਣ ਦੀ ਕੋਸ਼ਿਸ਼ ਕਰੀਏ, ਤਦ ਆਪ ਜਾਣਦੇ ਹੋ ਕਿ ਅਸੀਂ ਬੇਹੋਸ਼ ਹੋ ਜਾਂਦੇ ਹਾਂ। ਅਸੀਂ ਸਭ ਕੁਝ ਇਸੇ ਹੀ ਦੇ ਆਲੇ ਦੁਆਲੇ ਬੋਲਦੇ ਹਾਂ, ਪਰ ਅਸੀਂ ਕਦੇ ਵੀ ਇਸ ਦੇ ਕੋਲ ਨਹੀਂ ਢੁੱਕਦੇ। ਇਸ ਕੈਂਡਲੀ ਦੇ 3 ਭਾਗ ਹਨ। ਇਸ ਵਿੱਚ ਜਾਣ ਪਛਾਣ, ਇਸ ਵਿੱਚ ਆਮ ਸੀ ਗੱਲਬਾਤ ਦਾ ਸਮਾਂ ਹੈ ਅਤੇ ਇਸ ਵਿੱਚ ਇੱਕ ਸੱਦਾ ਹੈ। ਅਤੇ ਜਦੋਂ ਮੈਂ ਬਾਈਬਲ ਬਾਣੀ ਦੇ ਇਸ ਭਾਗ ਦੇ ਅਧਿਐਨ ਕਰਨ ਲੱਗਾ, ਤਦ ਇਸ ਯੋਜਨਾ ਬਾਰੇ ਸੋਚਣ ਸ਼ੁਰੂ ਕੀਤਾ, ਕਿਉਂਕਿ ਠੀਕ ਇਸੇ ਤਰ੍ਹਾਂ ਹੀ ਸਾਡੇ ਲਈ ਖੁੱਲ੍ਹਦਾ ਹੈ। ਇਹ ਇਸ ਦੀ ਕਹਾਣੀ ਹੈ ਕਿ ਜਦੋਂ ਪਹਿਲੇ ਪ੍ਰਚਾਰਕ ਫਿਲਿਪਸ ਨੇ ਕਿਸੇ ਨਾਲ ਇਕੱਲਿਆਂ ਪ੍ਰਭੂ ਬਾਰੇ ਗੱਲਬਾਤ ਕਰਨ ਦਾ ਮੌਕਾ ਪ੍ਰਾਪਤ ਕੀਤਾ ਸੀ, ਤਦ ਕੀ ਵਰਪਿਆ ਸੀ। ਨੰਬਰ 1, ਖੁਸ਼ਖਬਰੀ ਦੀ ਜਾਣ ਪਛਾਣ। 8 ਅਧਿਆਇ 26 ਵਚਨ ਤੋਂ ਲੈ ਕੇ 28 ਵਚਨਾਂ ਤੱਕ। ਇਸ ਕਹਾਣੀ ਦੀ ਸ਼ੁਰੂਆਤ 8 ਅਧਿਆਇ 26 ਤੋਂ 28 ਵਿੱਚ ਖੁਸ਼ਖਬਰੀ ਦੀ ਜਾਣ ਪਛਾਣ ਨਾਲ ਹੁੰਦੀ ਹੈ। ਭਾਗ ਊੜਾ, ਪ੍ਰਭੂ ਦਾ ਹੁਕਮ। 8 ਅਧਿਆਇ 26 ਵਚਨ। ਸਭ ਤੋਂ ਪਹਿਲਾਂ ਇਹ ਜਾਣ ਪਛਾਣ 26 ਐਤ ਵਿੱਚ ਪ੍ਰਭੂ ਦੇ ਹੁਕਮ ਨਾਲ ਆਰੰਭ ਹੁੰਦੀ ਹੈ। ਪਰ ਪ੍ਰਭੂ ਦੇ ਇੱਕ ਦੂਤ ਨੇ ਫਿਲਿਪਸ ਨਾਲ ਵਚਨ ਕਰਕੇ ਆਖਿਆ ਕਿ ਉੱਠ ਅਤੇ ਦੱਖਣ ਵੱਲ ਉਸ ਰਾਸਤੇ ਉੱਤੇ ਜਾ ਜੋ ਯਰੂਸ਼ਲਮ ਤੋਂ ਗਾਜ਼ਾ ਨੂੰ ਜਾਂਦਾ ਹੈ, ਉਹ ਉਜਾੜ ਹੈ। ਹੁਣ ਜਦੋਂ ਫਿਲਿਪਸ ਯਰੂਸ਼ਲਮ ਤੋਂ ਸਾਮਰੀਆ ਨੂੰ ਜਾਣ ਲਈ ਚੱਲਿਆ, ਉਹ ਕਲੀਸਿਆ ਦੇ ਅੰਦਰ ਸਤੌ ਦੇ ਦੁਆਰਾ ਮਜਬੂਰ ਕੀਤਾ ਗਿਆ ਸੀ ਕਿ ਆਪ ਨੂੰ ਇਹ ਯਾਦ ਹੈ, ਹੁਣ ਉਹ ਸਾਮਰੀਆ ਵਿੱਚ ਸੇਵਾ ਕਰਦਾ ਆ ਰਿਹਾ ਸੀ ਅਤੇ ਪਰਮੇਸ਼ਰ ਉਸ ਨੂੰ ਕਿਸੇ ਹੋਰ ਥਾਂ ਭੇਜ ਰਿਹਾ ਹੈ, ਅਤੇ ਇਸ ਵਾਰ ਉਸ ਨਾਲ ਗੱਲਬਾਤ ਕਰਨ ਲਈ ਉਹ ਇੱਕ ਭਿੰਨ ਵਸੀਲੇ ਦਾ ਇਸਤੇਮਾਲ ਕਰ ਰਿਹਾ ਹੈ। ਇਸ ਵਾਰ ਪ੍ਰਭੂ ਆਪਣੇ ਦੂਤ ਨੂੰ ਭੇਜਦਾ ਹੈ। ਬਾਈਬਲ ਆਖਦੀ ਹੈ ਕਿ ਦੂਤ ਫਿਲਿਪਸ ਕੋਲ ਆਇਆ ਅਤੇ ਆਖਿਆ, ਮੈਂ ਚਾਹੁੰਦਾ ਹਾਂ ਕਿ ਤੂੰ ਇਹ ਕਰੇ, ਮੈਂ ਚਾਹੁੰਦਾ ਹਾਂ ਕਿ ਤੂੰ ਉੱਠ ਅਤੇ ਦੱਖਣ ਵੱਲ ਜਾ। ਅਤੇ ਬਾਅਦ ਵਿੱਚ ਜਦੋਂ ਫਿਲਿਪਸ ਨੂੰ ਰੱਥ ਕੋਲ ਖੁਦ ਜਾਣ ਲਈ ਹਦਾਇਤ ਕੀਤੀ ਗਈ, ਇਹ ਕੋਈ ਸਤੌ ਨਹੀਂ ਸੀ, ਇਹ ਕੋਈ ਦੂਤ ਨਹੀਂ ਸੀ, ਇਹ ਤਾਂ ਪਰਮੇਸ਼ਰ ਦਾ ਆਤਮਾ ਸੀ। ਆਪ ਵਿੱਚੋਂ ਕਿੰਨੇ ਕੁ ਇਹ ਜਾਣਦੇ ਹਨ ਕਿ ਪਰਮੇਸ਼ਰ ਕੋਲ ਸਾਡੇ ਨਾਲ ਸੰਪਰਕ ਸਾਧਨ ਦੇ ਬਹੁਤ ਤਰੀਕੇ ਹਨ। ਉਸ ਨੇ ਸਤੌ ਦੇ ਦੁਆਰਾ ਫਿਲਿਪਸ ਨਾਲ ਸੰਪਰਕ ਕੀਤਾ ਸੀ, ਉਸ ਦੇ ਹਾਲਾਤਾਂ ਦੇ ਦੁਆਰਾ ਇੱਕ ਦੂਤ ਦੇ ਰਾਹੀਂ, ਜੋ ਕਿ ਜੇ ਉਹ ਚਾਹੇ ਤਾਂ ਅੱਜ ਵੀ ਇਸਤੇਮਾਲ ਕਰ ਸਕਦਾ ਹੈ, ਅਤੇ ਆਪਣੇ ਪਵਿੱਤਰ ਆਤਮਾ ਦੇ ਰਾਹੀਂ, ਜੋ ਕਿ ਉਹ ਸੁੱਖ ਤੌਰ ਤੇ ਸਾਡੇ ਸੱਭਿਆਚਾਰ ਵਿੱਚ ਕਰਦਾ ਹੈ। ਜਦੋਂ ਪਰਮੇਸ਼ਰ ਕਿਸੇ ਦਾ ਇਸਤੇਮਾਲ ਕਰਨਾ ਚਾਹੁੰਦਾ ਹੈ, ਤਦ ਆਮ ਤੌਰ ਤੇ ਕਿਸੇ ਇਹੋ ਜਿਹੇ ਵਿਅਕਤੀ ਦਾ ਇਸਤੇਮਾਲ ਨਹੀਂ ਕਰਦਾ ਜੋ ਮਹਾਨ ਨਾ ਹੋਵੇ। ਫਿਲਿਪਸ ਉਸ ਸਮੇਂ ਬੇਦਾਰੀ ਵਿੱਚ ਮਗਨ ਸੀ ਜੋ ਸਾਮਰੀਆ ਵਿੱਚ ਹੋ ਰਹੀ ਸੀ, ਪਰ ਪਰਮੇਸ਼ਰ ਉਸ ਦੇ ਸਭ ਤੋਂ ਮਗਨ ਅਨੁਭਵ ਦੇ ਠੀਕ ਵਿਚਕਾਰ ਉਸ ਦੇ ਕੋਲ ਆਇਆ ਅਤੇ ਆਖਿਆ ਕਿ ਜੋ ਕੁਝ ਉਹ ਕਰ ਰਿਹਾ ਸੀ ਉਸ ਨੂੰ ਛੱਡ ਦੇਣਾ, ਅਤੇ ਜੇ ਕੁਝ ਹੋਰ ਕਰੇ। ਪਤਰਸ ਅਤੇ ਯੂਹੰਨਾ ਦੇ ਸਾਮਰੀਆ ਵਿੱਚ ਉਹਨਾਂ ਦੇ ਕੰਮ ਨੂੰ ਪੂਰਾ ਕਰਨ ਤੋਂ ਬਾਅਦ ਉਹ ਵਾਪਸ ਯਰੂਸ਼ਲਮ ਨੂੰ ਚਲੇ ਗਏ ਸਨ।
ਪਰ ਇਸ ਤਰ੍ਹਾਂ ਜਾਪਦਾ ਹੈ ਕਿ ਫਿਲਿਪਸ ਉੱਥੇ ਹੀ ਟਿਕਿਆ ਰਿਹਾ ਸੀ ਅਤੇ ਉਹ ਆਸ-ਪਾਸ ਦੇ ਪਿੰਡਾਂ ਵਿੱਚ ਪ੍ਰਚਾਰ ਕਰ ਰਿਹਾ ਸੀ, ਜੋ ਕਿ ਸਾਮਰੀ ਲੋਕਾਂ ਦੇ ਪਿੰਡ ਸਨ। ਪਰਮੇਸ਼ਰ ਨੇ ਉਸ ਕੋਲ ਆਣ ਕੇ ਆਖਿਆ, ਫਿਲਿਪਸ, ਮੈਂ ਚਾਹੁੰਦਾ ਹਾਂ ਕਿ ਤੂੰ ਜੋ ਕਰ ਰਿਹਾ ਹੈ ਉਸ ਤੋਂ ਕੁਝ ਭਿੰਨ ਕਰੇ। ਮੈਂ ਚਾਹੁੰਦਾ ਹਾਂ ਕਿ ਤੂੰ ਉੱਠ ਕੇ ਉਸ ਸੜਕ ਉੱਤੇ ਜਾ ਜੋ ਯਰੂਸ਼ਲਮ ਤੋਂ ਗਾਜ਼ਾ ਨੂੰ ਜਾਂਦੀ ਹੈ, ਜੋ ਉਜਾੜ ਹੈ। ਹੁਣ ਜੋ ਯੂਨਾਨੀ ਭਾਸ਼ਾ ਵਿੱਚ ਇੱਥੇ ਆਖਿਆ ਗਿਆ ਹੈ, ਮੈਂ ਚਾਹੁੰਦਾ ਹਾਂ ਕਿ ਤੂੰ ਦੱਖਣ ਵੱਲ ਜਾਵੇਂ, ਜਿਸ ਦਾ ਅਰਥ ਹੈ ਇਹ ਵੀ ਹੋ ਸਕਦਾ ਹੈ ਕਿ ਦੁਪਹਿਰ ਨੂੰ ਜਾ, ਅਤੇ ਤਾਂ ਹੋਰ ਵੀ ਜ਼ਿਆਦਾ ਇਸ ਨੂੰ ਸੁਭਾਵਿਕ ਸਥਿਤੀ ਬਣਾ ਦੇਵੇਗਾ। ਹੁਣ ਇੱਥੇ ਫਿਲਿਪਸ ਵੱਡੀਆਂ ਭੀੜਾਂ ਨੂੰ ਪ੍ਰਚਾਰ ਕਰਦਾ ਆ ਰਿਹਾ ਹੈ ਅਤੇ ਪਰਮੇਸ਼ਰ ਫਿਲਿਪਸ ਕੋਲ ਆ ਕੇ ਆਖ ਰਿਹਾ ਹੈ, ਮੈਂ ਚਾਹੁੰਦਾ ਹਾਂ ਕਿ ਤੂੰ ਇੱਕ ਮਨੁੱਖ ਕੋਲ ਜਾਵੇਂ ਜੋ ਦੁਪਹਿਰ ਦੇ ਸਮੇਂ ਉਜਾੜ ਵਿੱਚ ਇਕਾਂਤ ਸੜਕ ਉੱਤੇ ਜਾ ਰਿਹਾ ਹੈ, ਅਤੇ ਮੈਂ ਚਾਹੁੰਦਾ ਹਾਂ ਕਿ ਤੂੰ ਜਾ ਕੇ ਉਸ ਨਾਲ ਗੱਲ ਕਰੇ। ਫਿਲਿਪਸ ਇਹ ਸੁਣ ਕੇ ਜ਼ਰੂਰ ਹੀ ਆਪਣਾ ਸਿਰ ਖੁਜਲਾ ਰਿਹਾ ਹੋਵੇਗਾ। ਮੈਂ ਇਹ ਜਾਣਦਾ ਹਾਂ ਕਿਉਂਕਿ ਮੈਂ ਇਸ ਤਰ੍ਹਾਂ ਕਰ ਚੁੱਕਾ ਹਾਂ। ਮੇਰਾ ਭਾਵ ਹੈ ਕਿ ਪਰਮੇਸ਼ਰ ਲਈ ਇਹ ਕੋਈ ਨਾਇਕ ਨਹੀਂ ਰੱਖਦਾ ਕਿ ਉਹ ਕਿਸੇ ਅਤੁੱਲ ਪ੍ਰਭਾਵਸ਼ਾਲੀ ਸਥਾਨ ਵਿੱਚੋਂ ਲਵੇ ਅਤੇ ਉਸ ਨੂੰ ਆਖੇ ਜਾ ਅਤੇ ਉਸ ਇੱਕ ਮਨੁੱਖ ਨਾਲ ਗੱਲ ਕਰ। ਪ੍ਰਚਾਰਕ ਦੁਆਰਾ ਕੀਤੀ ਆਗਿਆਕਾਰੀ 8 ਅਧਿਆਇ 27 ਵਚਨ। ਜੀ ਹਾਂ, ਦੂਸਰੀ ਗੱਲ ਇਹ ਹੈ ਕਿ ਪ੍ਰਚਾਰਕ ਦੇ ਦੁਆਰਾ ਪ੍ਰਭੂ ਦੇ ਹੁਕਮਾਂ ਨੂੰ ਪੂਰਾ ਕੀਤਾ ਗਿਆ ਹੈ। ਗੌਰ ਕਰੋ ਜੋ ਕਿ 27 ਐਤ ਵਿੱਚ ਆਖਿਆ ਗਿਆ ਹੈ, ਤਾਂ ਉਹ ਉੱਠ ਕੇ ਤੁਰ ਪਿਆ। ਆਪ ਜਾਣਦੇ ਹੋ ਕਿ ਆਪ ਇੱਥੇ ਕੁਝ ਹੋਰ ਦੀ ਆਸ ਕਰੋਗੇ, ਪਰ ਇਸ ਤਰ੍ਹਾਂ ਨਹੀਂ ਹੈ। ਇਹ ਤਾਂ ਬਸ ਸਧਾਰਕ ਬਿਆਨ ਹੀ ਹੈ। ਜਦੋਂ ਪਰਮੇਸ਼ਰ ਬੋਲਿਆ, ਫਿਲਿਪਸ ਚਲਾ ਗਿਆ ਸੀ। ਉਸਨੇ ਉਹੀ ਕੀਤਾ ਜੋ ਪਰਮੇਸ਼ਰ ਨੇ ਉਸ ਨੂੰ ਕਰਨ ਲਈ ਪੁਕਾਰਿਆ ਸੀ। ਹੁਣ ਇਸੇ ਦੇ ਦੋ ਕਾਰਨ ਹਨ ਕਿ ਫਿਲਿਪਸ ਨੂੰ ਦਿੱਤਾ ਹੁਕਮ ਮੈਨੂੰ ਇੰਨਾ ਅਸਧਾਰਨ ਕਿਉਂ ਜਾਪਦਾ ਹੈ। ਸਭ ਤੋਂ ਪਹਿਲੇ ਗੱਲ ਤਾਂ ਇਹ ਹੈ ਕਿ ਫਿਲਿਪਸ ਸਾਮਰੀਆ ਵਿਖੇ ਮਹਾਨ ਬੇਦਾਰੀ ਦਾ ਅਨੁਭਵ ਕਰ ਰਿਹਾ ਸੀ। ਬਹੁਤ ਸਾਰੇ ਲੋਕ ਬਚਾਏ ਜਾ ਚੁੱਕੇ ਸਨ ਅਤੇ ਹੁਣ ਜਦੋਂ ਕਿ ਪਤਰਸ ਅਤੇ ਯਹੂਨਾ ਵਾਪਸ ਯਰੂਸ਼ਲਮ ਨੂੰ ਜਾ ਚੁੱਕੇ ਸਨ, ਕਿ ਇਹ ਜਾਪਦਾ ਕਿ ਫਿਲਿਪਸ ਹੁਣ ਜ਼ਰੂਰੀ ਹੀ ਕਰੀਬ ਸਾਮਰੀਆ ਕਲੀਸਿਆ ਵਿੱਚ ਹੀ ਟਿਕਿਆ ਰਹੇਗਾ। ਦੂਸਰਾ ਕਾਰਨ ਇਹ ਹੈ ਕਿ ਪਵਿੱਤਰ ਆਤਮਾ ਨੇ ਉਸ ਨੂੰ ਇਕਾਂਤ ਥਾਂ ਤੇ ਇੱਕ ਮਨੁੱਖ ਨਾਲ ਗੱਲ ਕਰਨ ਨੂੰ ਜਾਣ ਲਈ ਆਖਿਆ ਸੀ। ਆਪ ਸੱਚਮੁੱਚ ਇਸ ਤਰ੍ਹਾਂ ਨਹੀਂ ਕਰੋਗੇ। ਆਪ ਜਾਣਦੇ ਹੋ, ਜ਼ਿਆਦਾਤਰ ਲੋਕ ਆਪਣੇ ਆਪ ਨੂੰ ਭੀੜਾਂ ਤੋਂ ਹਟਾ ਕੇ ਇਕੱਲੇ ਵਿਅਕਤੀਆਂ ਵੱਲ ਨਹੀਂ ਵਧਣਗੇ। ਆਪ ਜਾਣਦੇ ਹੋ, ਜੇਕਰ ਆਪ ਇੱਕ ਵਿਅਕਤੀਗਤ ਪ੍ਰਚਾਰਕ ਹੋ, ਆਪ ਨੂੰ ਤਰੱਕੀ ਮਿਲੀ ਹੈ, ਆਪ ਸੋਚੋਗੇ ਕਿ ਮੈਂ ਤਰੱਕੀ ਪਾਉਣ ਜਾ ਰਿਹਾ ਹਾਂ, ਹੁਣ ਮੈਂ ਟੋਲੀਆਂ ਨੂੰ ਪ੍ਰਚਾਰ ਕਰਨ ਜਾ ਰਿਹਾ ਹਾਂ। ਪਰਮੇਸ਼ਰ ਨੇ ਫਿਲਿਪਸ ਨੂੰ ਇੱਕ ਸੈਂਕੜੇ ਲੋਕਾਂ ਨੂੰ ਪ੍ਰਚਾਰ ਕਰਨ ਤੋਂ ਲੈ ਕੇ ਇੱਕ ਉਜਾੜ ਥਾਂ ਵਿਖੇ ਇਕੱਲੇ ਮਨੁੱਖ ਨੂੰ ਦੁਪਹਿਰ ਦੇ ਵਕਤ ਪ੍ਰਚਾਰ ਕਰਨ ਲਈ ਤਰੱਕੀ ਬਖਸ਼ੀ। ਕੈਂਟ, ਜਿਸ ਨੇ ਰਸੂਲਾਂ ਦੇ ਕਰਤੱਵ ਦੀ ਪੁਸਤਕ ਬਾਰੇ ਇੱਕ ਅਦਭੁਤ ਸੰਦੀਕ ਲਿਖਿਆ ਹੈ, ਉਹ ਆਖਦਾ ਹੈ ਕਿ ਆਪਣੇ ਆਪ ਨੂੰ ਫਿਲਿਪਸ ਦੇ ਥਾਂ ਖੜਾ ਕਰੋ। ਆਪ 12 ਵਿੱਚੋਂ ਇੱਕ ਜੋ ਵੱਡੇ ਤਿੰਨਾਂ ਵਿੱਚੋਂ ਇੱਕ ਨਹੀਂ ਹੋ, ਪਰ ਆਪ ਕੋਲ ਸਾਮਰੀ ਪ੍ਰਚਾਰ ਸੇਵਾ ਵਿੱਚ ਸੱਚਮੁੱਚ ਕੁਝ ਵਾਪਸ ਰਿਹਾ ਹੈ। ਸ਼ਮਊਨ ਜਾਦੂਗਰ ਨੂੰ ਹਰਾਇਆ ਜਾ ਚੁੱਕਾ ਹੈ। ਸਾਡਾ ਪਿੰਡ ਇਹ ਸੋਚਦਾ ਹੈ ਕਿ ਤੁਹਾਡਾ ਸੰਦੇਸ਼ ਤਾਂ ਪਰਮੇਸ਼ਰ ਦੀ ਸੱਚਾਈ ਹੈ ਅਤੇ ਇਹ ਵੀ ਜਾਣਦਾ ਹੈ ਕਿ ਤੁਸੀਂ ਪਰਮੇਸ਼ਰ ਵੱਲੋਂ ਭੇਜੇ ਗਏ ਹੋ। ਇਹ ਬਹੁਤ ਆਨੰਦ ਦਾ ਸਮਾਂ ਗੁਜ਼ਰ ਰਿਹਾ ਹੈ। ਇੱਕ ਅਦਭੁਤ ਬੇਦਾਰੀ ਅਤੇ ਫਿਰ ਅਚਾਨਕ ਹੀ ਪਰਮੇਸ਼ਰ ਆਪ ਨੂੰ ਇਹਨਾਂ ਸਾਰਿਆਂ ਥਾਵਾਂ ਨੂੰ ਛੱਡ ਕੇ ਉਜਾੜ ਨੂੰ ਚਲੇ ਜਾਣ ਲਈ ਆਖਦਾ ਹੈ। ਫਿਲਿਪਸ ਇੱਕ ਜੋਸ਼ੀਲੇ ਸ਼ਹਿਰ ਤੋਂ ਅਤੇ ਇੱਕ ਵੱਧ ਰਹੀ ਕਲੀਸਿਆ ਤੋਂ ਵੀਰਾਨ ਉਜਾੜ ਨੂੰ ਗਿਆ ਸੀ ਅਤੇ ਉੱਥੇ ਇੱਕ ਹੀ ਵਿਅਕਤੀ ਦੀ ਸਭਾ ਸੀ। ਇਸ ਹਾਲਾਤ ਵਿੱਚ ਨਿਰਾਸ਼ ਹੋਣਾ ਬਹੁਤ ਹੀ ਆਸਾਨ ਸੀ। ਹੇ ਪ੍ਰਭੂ, ਕੀ ਤੂੰ ਸੱਚਮੁੱਚ ਚਾਹੁੰਦਾ ਹੈ ਕਿ ਮੈਂ ਉਜਾੜ ਨੂੰ ਜਾਵਾਂ? ਕਿ ਮੈਂ ਅਜੇ ਇੱਕ ਵੱਡੀ ਸੇਵਾ ਦੇ ਯੋਗ ਹੋਣਾ ਅਤੇ ਸਿੱਧ ਕੀਤਾ ਹਾਂ? ਮੈਂ ਛੋਟੀਆਂ ਚੀਜ਼ਾਂ ਵਿੱਚ ਵਫਾਦਾਰ ਰਹਿ ਚੁੱਕਾ ਹਾਂ। ਮੈਂ ਤਾਂ ਖਿੜਕੀਆਂ ਵਿੱਚ ਵੀ ਇੰਤਜ਼ਾਰ ਕੀਤਾ ਸੀ ਅਤੇ ਹੁਣ ਇਹ ਉਜਾੜ ਹੈ। ਹੇ ਪ੍ਰਭੂ, ਕੀ ਆਪ ਆਪਣੇ ਆਪ ਬਾਰੇ ਇਹੋ ਹੀ ਜਿਹੀ ਸਥਿਤੀ ਵਿੱਚ ਹੋਣ ਦੀ ਕਲਪਨਾ ਕਰ ਸਕਦੇ ਹੋ? ਠੀਕ ਇਹੋ ਹੀ ਵਰਪਿਆ ਸੀ। ਪਰਮੇਸ਼ਰ ਫਿਲਿਪਸ ਕੋਲ ਇੱਕ ਬਹੁਤ ਹੀ ਮਹਾਨ ਅਤੇ ਫੈਲਣ ਜਾ ਰਹੀ ਪ੍ਰਚਾਰ ਸੇਵਾ ਦੇ ਦੌਰਾਨ ਆਇਆ ਸੀ ਅਤੇ ਆਖਿਆ, ਇਸ ਭੀੜ ਨੂੰ ਛੱਡ ਦੇ, ਜਾ ਕੇ ਇੱਕ ਮਨੁੱਖ ਨਾਲ ਗੱਲ ਕਰ। ਹੁਣ ਉਹ ਸੱਚਮੁੱਚ ਫਿਲਿਪਸ ਲਈ ਇਸ ਤਰ੍ਹਾਂ ਕਰਨਾ ਕੋਈ ਅਰਥਪੂਰਨ ਨਹੀਂ ਸੀ, ਪਰ ਫਿਲਿਪਸ ਨੇ ਇਸ ਦੀ ਆਗਿਆਕਾਰੀ ਕੀਤੀ ਸੀ। ਮੈਨੂੰ ਇਹ ਵਚਨ ਬਹੁਤ ਪਸੰਦ ਹੈ ਕਿ ਉਹ ਉੱਠ ਕੇ ਤੁਰ ਪਿਆ। ਇਹ ਸਧਾਰਨ ਬਿਆਨ ਹੀ ਇਸ ਸਮੁੱਚੀ ਕਹਾਣੀ ਦਾ ਭੇਤ ਹੈ। ਜੇਕਰ ਫਿਲਿਪਸ ਨੇ ਪ੍ਰਭੂ ਨਾਲ ਦਲੀਲਬਾਜ਼ੀ ਕੀਤੀ ਹੁੰਦੀ, ਜੇਕਰ ਉਸਨੇ ਇਸ ਹਿਦਾਇਤ ਦੇ ਵਿਰੁੱਧ ਕੋਈ ਰੁਕਾਵਟ ਖੜੀ ਕੀਤੀ ਹੁੰਦੀ, ਤਦ ਬਾਕੀ ਦੀ ਇਸ ਕਹਾਣੀ ਦਾ ਕੋਈ ਮਹੱਤਵ ਨਹੀਂ ਸੀ ਰਹਿ ਜਾਂਦਾ। ਫਿਲਿਪਸ ਨੇ ਦੂਤ ਦੀ ਗੱਲ ਉੱਤੇ ਵਿਸ਼ਵਾਸ ਕੀਤਾ ਸੀ। ਉਸਨੇ ਇਸ ਹੁਕਮ ਦੇ ਤਰਕਹੀਣ ਸਵਾਲ ਨੂੰ, ਜੋ ਕੁਝ ਪਰਮੇਸ਼ਰ ਨੇ ਉਸ ਨੂੰ ਕਰਨ ਲਈ ਆਖਿਆ ਸੀ, ਉਸ ਤੋਂ ਰੋਕਣ ਦੀ ਇਜਾਜ਼ਤ ਨਹੀਂ ਸੀ ਦਿੱਤੀ। ਆਪ ਵਿੱਚੋਂ ਕਿੰਨੇ ਕੁ ਯਸ਼ਾਇਆ ਨਬੀ ਦੀ ਪੁਸਤਕ 55 ਅਧਿਆਏ ਦੇ ਇਹਨਾਂ ਬਚਨਾਂ ਤੇ ਜਾਣਦੇ ਹਨ। ਇਸ ਤਰ੍ਹਾਂ ਹਨ
ਕਿਉਂ ਜੋ ਮੇਰੇ ਖਿਆਲ ਤੁਹਾਡੇ ਖਿਆਲ ਨਹੀਂ, ਨਾ ਤੁਹਾਡੇ ਰਾਹ ਤੇ ਮੇਰੇ ਰਾਹ ਹਨ, ਯਹੋਵਾ ਦਾ ਵਾਕ ਹੈ। ਜਿਵੇਂ ਆਕਾਸ਼ ਧਰਤੀ ਤੋਂ ਉੱਚੇ ਹਨ, ਤਿਵੇਂ ਮੇਰੇ ਰਾਹ ਤੁਹਾਡੇ ਰਾਹਾਂ ਤੋਂ ਅਤੇ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਉੱਚੇ ਹਨ। ਯਸ਼ਾਇਆ 55 ਅਧਿਆਏ 8 ਔਰ 9 ਵਚਨ। ਇਹ ਤਾਂ ਅਤੁੱਲ ਹੀ ਹੈ, ਇਹ ਅਤੁੱਲ ਨਹੀਂ ਹੈ ਜਦੋਂ ਪਰਮੇਸ਼ਰ ਸਾਨੂੰ ਕੁਝ ਕਰਨ ਲਈ ਆਖਦਾ ਹੈ। ਹੋ ਸਕਦਾ ਹੈ ਕਿ ਇਹ ਤਰਕ ਦੇ ਉਲਟ ਹੋਵੇ, ਪਰ ਇਹ ਤਾਂ ਪਰਮੇਸ਼ਰ ਵੱਲੋਂ ਹੈ ਅਤੇ ਆਪ ਇਸ ਨੂੰ ਕਰਦੇ ਹੋ। ਅਸਲ ਵਿੱਚ ਮੈਂ ਆਪ ਨੂੰ ਦੱਸ ਦੇਵਾਂ, ਕਈ ਵਾਰ ਜੋ ਕੁਝ ਪਰਮੇਸ਼ਰ ਤੁਹਾਨੂੰ ਕਰਨ ਨੂੰ ਆਖਦਾ ਹੈ, ਉਹ ਕਿਸੇ ਨਾ ਕਿਸੇ ਤਰ੍ਹਾਂ ਤਰਕ ਦੇ ਵਿਰੁੱਧ ਹੀ ਹੁੰਦਾ ਹੈ। ਕੀ ਇਸ ਤਰ੍ਹਾਂ ਨਹੀਂ ਹੈ? ਘੱਟੋ ਘੱਟ ਇਹ ਮੈਨੂੰ ਤਾਂ ਇਵੇਂ ਹੀ ਜਾਪਦਾ ਹੈ। ਜੀ ਹਾਂ, ਇੱਥੇ ਫਿਲਿਪਸ ਹੈ, ਉਸ ਨੇ ਪ੍ਰਭੂ ਤੋਂ ਹੁਕਮ ਨੂੰ ਪ੍ਰਾਪਤ ਕੀਤਾ ਹੈ ਅਤੇ ਜੋ ਕੁਝ ਵੀ ਪ੍ਰਭੂ ਆਖਦਾ ਹੈ ਉਸ ਦੇ ਪ੍ਰਤੀ ਆਗਿਆਕਾਰੀ ਹੀ ਹੈ। ਪਾਪੀ ਨੂੰ ਮਿਲਣ ਦਾ ਮੌਕਾ 8 ਅਧਿਆਏ 27 ਵਚਨ। 27 ਐਤ ਵਿੱਚ ਅਸੀਂ ਵੇਖਦੇ ਹਾਂ ਕਿ ਹੁਣ ਪਾਪੀ ਨੂੰ ਮਿਲਣ ਦਾ ਇੱਕ ਮੌਕਾ ਉਸ ਦੇ ਹੱਥ ਲੱਗਾ ਹੈ। ਇਸ 27 ਐਤ ਦੇ ਵਚਨ ਹਨ, ਔਰ ਵੇਖੋ, ਹਬਸ਼ੀ ਦੇਸ਼ ਦਾ ਇੱਕ ਮਨੁੱਖ ਸੀ ਜਿਹੜਾ ਖੋਜਾ ਔਰ ਹਬਸ ਦੀ ਰਾਣੀ ਕੰਦੇਕੇ ਦਾ ਵੱਡਾ ਇਖਤਿਆਰ ਵਾਲਾ ਅਤੇ ਉਹਦੇ ਸਾਰੇ ਖਜ਼ਾਨੇ ਉੱਤੇ ਸੀ, ਔਰ ਯਰੂਸ਼ਲਮ ਨੂੰ ਬੰਦਗੀ ਕਰਨ ਨੂੰ ਆਇਆ ਸੀ। ਹੁਣ ਜਿਸ ਤਰ੍ਹਾਂ ਪਰਮੇਸ਼ਰ ਇਹਨਾਂ ਦੋਹਾਂ ਮਨੁੱਖਾਂ ਨੂੰ ਇਕੱਠਾ ਕਰਨ ਜਾ ਰਿਹਾ ਹੈ, ਇਹ ਬੜੀ ਰੋਚਕ ਗੱਲ ਹੈ। ਫਿਲਿਪਸ ਆਪਣੀ ਪ੍ਰਚਾਰ ਸਭਾ ਤੋਂ ਸਾਮਰੀਆ ਤੋਂ ਆ ਰਿਹਾ ਹੈ ਅਤੇ ਇਹ ਖੋਜਾ ਯਰੂਸ਼ਲਮ ਤੋਂ ਬੰਦਗੀ ਕਰਨ ਵਾਪਸ ਆ ਰਿਹਾ ਹੈ। ਇਹ ਲਾਭਦਾਇਕ ਕੋਸ਼ਿਸ਼ ਕਰਦਾ ਹੋਇਆ ਕਿ ਉਸ ਦੇ ਜੀਵਨ ਵਿੱਚ ਕੀ ਬੀਤ ਰਿਹਾ ਹੈ ਅਤੇ ਪਰਮੇਸ਼ਰ ਉਹਨੂੰ ਉਜਾੜ ਦੇ ਵਿਚਕਾਰ ਕਿਧਰੇ ਮਿਲਾਉਣ ਜਾ ਰਿਹਾ ਹੈ ਦੁਪਹਿਰ ਦੇ ਵਕਤ, ਤਾਂ ਕਿ ਉਹ ਇੱਕ ਪ੍ਰਚਾਰ ਵੱਲੋਂ ਮੁਲਾਕਾਤ ਕਰ ਸਕੇ। ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਇਹ ਵਿਅਕਤੀ ਪਰਮੇਸ਼ਰ ਜਾਂ ਯਹੂਦੀ ਮਤ ਜਾਂ ਕਿਸੇ ਹੋਰ ਚੀਜ਼ ਬਾਰੇ ਕੀ ਕੁਝ ਜਾਣਦਾ ਸੀ। ਸਾਨੂੰ ਤਾਂ ਬਸ ਇਹੋ ਹੀ ਦੱਸਿਆ ਗਿਆ ਹੈ ਕਿ ਉਹ ਹਬਸ਼ ਦੇਸ਼ ਤੋਂ ਆਇਆ ਸੀ ਅਤੇ ਉਹ ਯਰੂਸ਼ਲਮ ਨੂੰ ਗਿਆ ਸੀ ਅਤੇ ਹੁਣ ਵਾਪਸ ਆਪਣੇ ਘਰ ਜਾ ਰਿਹਾ ਸੀ। ਹੁਣ ਜੇਕਰ ਆਪ ਨਕਸ਼ੇ ਉੱਤੇ ਧਿਆਨ ਦਿਓ ਤਦ ਆਪ ਜਾਣੋਗੇ ਕਿ ਇਹ ਲਗਭਗ 1200 ਮੀਲ ਦਾ ਸਫ਼ਰ ਸੀ। ਇਸ ਕਰਕੇ ਉਹ ਆਪਣੇ ਜੀਵਨ ਦੇ ਲਈ ਕੁਝ ਉਤਰਾਂ ਨੂੰ ਭਾਲਣ ਵਿੱਚ ਸੱਚਮੁੱਚ ਗੰਭੀਰ ਸੀ। ਉਹ ਹਬਸ ਦੀ ਰਾਣੀ ਕੰਦੇਕੇ ਦੀ ਅਗਵਾਈ ਹੇਠ ਵੱਡੇ ਇਖਤਿਆਰ ਵਾਲਾ ਮਨੁੱਖ ਸੀ। ਹੁਣ ਮੈਨੂੰ ਆਪਣੇ ਆਪ ਨੂੰ ਇਹ ਦੱਸਣਾ ਪੈਣਾ ਹੈ ਕਿ ਮੈਂ ਹਮੇਸ਼ਾ ਹੀ ਸੋਚਿਆ ਸੀ ਕਿ ਕੰਦਾਕੇ ਕਿਸੇ ਵਿਅਕਤੀ ਦਾ ਨਾਂ ਸੀ, ਪਰ ਇਹ ਇਸ ਤਰ੍ਹਾਂ ਨਹੀਂ ਹੈ। ਕੰਦਾਕੇ, ਜੀ ਹਾਂ, ਅੱਜ ਇਹ ਹੈ। ਕੁਝ ਲੋਕ ਹਨ ਜਿਨ੍ਹਾਂ ਦੇ ਨਾਂ, ਕੋਈ ਆਖਦੇ ਹੈ ਮੇਰਾ ਨਾਮ ਕੰਦੇਕੇ ਹੈ, ਇਹ ਬਾਈਬਲ ਵਿੱਚ ਆਇਆ ਗਿਆ ਹੈ, ਪਰ ਨਵੇਂ ਨੇਮ ਵਿੱਚ ਇੱਥੇ ਆਇਆ ਜਾਣ ਵਾਲਾ ਇਹ ਸ਼ਬਦ ਕੰਦਾਕੇ ਪੁਰਾਣੇ ਨੇਮ ਵਿੱਚ ਪਾਏ ਜਾਣ ਵਾਲੇ ਸ਼ਬਦ ਫਿਰੌਨ ਦੀ ਤਰ੍ਹਾਂ ਹੀ ਹੈ। ਇਹ ਔਰਤ ਹਬਸ਼ ਦੇਸ਼ ਦੀ ਕੰਦਾਕੇ ਸੀ, ਉਹ ਹਬਸ਼ ਦੇਸ਼ ਦੀ ਫਿਰੌਨ ਸੀ। ਉਹ ਆਦਰਯੋਗ ਔਰਤ ਮਹਾਰਾਣੀ ਹਬਸ਼ ਦੀ ਸੀ ਅਤੇ ਇਹ ਹਬਸ਼ੀ ਖੋਜਾ ਜਿਸ ਨੂੰ ਪਰਮੇਸ਼ਰ ਨੇ ਫਿਲਿਪਸ ਨੂੰ ਭੇਜਿਆ ਸੀ, ਉਹ ਉਸ ਦੇ ਵਿੱਚ ਵਤੀਰੇ ਸੀ। ਉਹ ਵੱਡੇ ਧਨ ਦੌਲਤ ਵਾਲਾ ਅਤੇ ਉੱਚੇ ਅਹੁਦੇ ਵਾਲਾ ਵਿਅਕਤੀ ਸੀ ਅਤੇ ਇਸ ਤਰ੍ਹਾਂ ਜਾਪਦਾ ਹੈ ਕਿ ਉਸ ਦੇ ਜੀਵਨ ਵਿੱਚ ਇੱਕ ਖਾਲੀਪਨ ਸੀ ਅਤੇ ਜੋ ਸਵਾਲ ਉਸ ਲਈ ਮਹੱਤਵਪੂਰਨ ਸਨ, ਉਹਨਾਂ ਦੇਣ ਉੱਤਰ ਉਸ ਕੋਲ ਨਹੀਂ ਸਨ ਅਤੇ ਉਹ ਅੱਜ ਦੇ ਜ਼ਮਾਨੇ ਦੇ ਕਈ ਕਾਰੋਬਾਰੀ ਮਨੁੱਖਾਂ ਦੀ ਤਰ੍ਹਾਂ ਹੀ ਸੱਚਾਈ ਭਾਲ ਰਿਹਾ ਸੀ, ਜਿਨ੍ਹਾਂ ਨੂੰ ਮੈਂ ਅਤੇ ਆਪ ਜਾਣਦੇ ਹਾਂ, ਜਿਨ੍ਹਾਂ ਕੋਲ ਉਹ ਸਭ ਕੁਝ ਤਾਂ ਹੈ ਜੋ ਜਗਤ ਉਹਨਾਂ ਨੂੰ ਦੇ ਸਕਦਾ ਹੈ, ਪਰ ਉਹਨਾਂ ਦੇ ਦਿਲਾਂ ਵਿੱਚ ਸ਼ਾਂਤੀ ਨਹੀਂ ਹੁੰਦੀ। ਇਸ ਤਰ੍ਹਾਂ ਉਸਨੇ ਯਰੂਸ਼ਲਮ ਨੂੰ ਆਉਣ ਲਈ ਇੱਕ ਲੰਬੀ ਯਾਤਰਾ ਕੀਤੀ ਸੀ। ਇਸ ਪਵਿੱਤਰ ਸ਼ਹਿਰ ਨੂੰ ਉਸਨੇ ਇਸ ਆਸ ਨਾਲ ਸ਼ੁਰੂ ਕੀਤਾ ਸੀ, ਹੋ ਸਕਦਾ ਹੈ ਉਸ ਪਵਿੱਤਰ ਸ਼ਹਿਰ ਵਿੱਚ ਉਸਦੇ ਦਿਲ ਦੀ ਜ਼ਰੂਰਤ ਦਾ ਉੱਤਰ ਉਸ ਨੂੰ ਮਿਲ ਜਾਵੇ। ਹੁਣ ਉਹ ਵਾਪਸ ਘਰ ਆ ਰਿਹਾ ਹੈ ਅਤੇ ਪ੍ਰਚਾਰਕ ਫਿਲਿਪਸ ਨੂੰ ਮਿਲਣ ਜਾ ਰਿਹਾ ਹੈ। ਇਸ ਕਹਾਣੀ ਦਾ ਆਰੰਭ ਬਹੁਤ ਰੋਚਕ ਹੈ। ਉਸ ਦਾ ਰੱਥ ਜਿਸ ਵਿੱਚ ਉਹ ਸਵਾਰ ਸੀ ਸ਼ਾਇਦ ਇੱਕ ਢੱਕੀ ਹੋਈ ਗੱਡੀ ਦੀ ਤਰ੍ਹਾਂ ਹੀ ਸੀ, ਜਿਸ ਵਿੱਚ ਉਸ ਦੇ ਆਪਣੇ ਵਾਸਤੇ ਅਤੇ ਚਾਲਕ ਵਾਸਤੇ ਕਾਫੀ ਥਾਂ ਸੀ ਅਤੇ ਫਿਲਿਪਸ ਸੰਭਵ ਤੌਰ ਤੇ ਉਸ ਰੱਥ ਵਿੱਚ ਸਵਾਰ ਹੋਣ ਜਾ ਰਿਹਾ ਸੀ, ਇੱਕ ਨੌਕਰ ਦੇ ਨਾਲ ਜੋ ਤਾਂ ਇਸ ਨੂੰ ਚਲਾ ਰਿਹਾ ਸੀ ਅਤੇ ਜੇ ਫਿਰ ਬਾਈਬਲ ਦੀ ਲਿਖਤ ਨੂੰ ਪੜ੍ਹ ਰਿਹਾ ਸੀ। ਇਹ ਰੱਥ ਹੌਲੀ ਹੌਲੀ ਚੱਲ ਰਿਹਾ ਸੀ ਤਾਂ ਕਿ ਪੜ੍ਹਿਆ ਜਾ ਸਕੇ, ਕਿਉਂਕਿ ਬਾਈਬਲ ਬਾਣੀ ਆਖਦੀ ਹੈ ਕਿ ਜਦੋਂ ਉਹ ਆਪਣੇ ਰੱਥ ਵਿੱਚ ਬੈਠਾ ਹੋਇਆ ਸੀ, ਉਹ ਯਸ਼ਾਇਆ ਨਬੀ ਦੀ ਪੋਥੀ ਵਾਚ ਰਿਹਾ ਸੀ ਅਤੇ ਫਿਲਿਪਸ ਨੂੰ ਹੁਣ ਅਗਾਂਹ ਵੱਧ ਕੇ ਉਸ ਨੂੰ ਮਿਲਣਾ ਪੈਣਾ ਹੈ। ਉੱਚੇ ਬੋਲ ਕੇ ਪੜ੍ਹਨਾ ਪੁਰਾਣੇ ਜ਼ਮਾਨੇ ਵਿੱਚ ਆਮ ਰਿਵਾਜ ਸੀ। ਇਹ ਹਮੇਸ਼ਾ ਹੀ ਕਰਦੇ ਸਨ। ਉਹ ਇਸ ਕਰਕੇ ਉੱਚੀ ਆਵਾਜ਼ ਵਿੱਚ ਪੜ੍ਹਦੇ ਸਨ ਕਿਉਂਕਿ ਇਹ ਲਿਖਤ ਬਲੇਟਣੀ ਸ਼ਕਲ ਦੀਆਂ ਚੀਜ਼ਾਂ ਉੱਤੇ ਲਿਖੀ ਹੁੰਦੀ ਸੀ। ਇਸ ਵਿੱਚ ਕੋਈ ਕਿਰਵਾਵਾਂ ਨਹੀਂ ਹੁੰਦੀਆਂ ਅਤੇ ਡਾਕ ਨੂੰ ਅੱਡ ਨਹੀਂ ਸੀ ਕੀਤਾ ਹੁੰਦਾ। ਇਸ ਨੂੰ ਸਾਫ਼-ਸਾਫ਼ ਤੌਰ ਤੇ ਸਮਝਣ ਲਈ ਉੱਚੀ ਆਵਾਜ਼ ਵਿੱਚ ਪੜ੍ਹਦੇ ਸਨ ਕਿ ਇਸ ਵਿੱਚੋਂ ਕੀ ਲਿਖਿਆ ਹੋਇਆ ਹੈ। ਉਹ ਬਿਨਾਂ ਸ਼ੱਕ ਲੋਕ ਦੇ ਇੱਕ ਵੱਡੇ ਟੋਲੇ ਦੇ ਵਿਚਕਾਰ ਸਫ਼ਰ ਕਰ ਰਿਹਾ ਸੀ ਕਿਉਂਕਿ ਉਹ ਵੱਡੇ ਇਖਤਿਆਰ ਵਾਲਾ ਅਤੇ ਇੱਕ ਧਨੀ ਮਨੁੱਖ ਸੀ ਅਤੇ ਉਹ ਪਰਮੇਸ਼ਰ ਨੂੰ ਭਾਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਤੇ ਬਾਈਬਲ ਸਾਨੂੰ 28 ਐਤ ਵਿੱਚ ਦੱਸਦੀ ਹੈ ਕਿ ਉਹ ਯਰੂਸ਼ਲਮ ਤੋਂ ਮੁੜਿਆ ਜਾਂਦਾ ਸੀ ਅਤੇ
ਆਪਣੇ ਰੱਥ ਵਿੱਚ ਬੈਠਾ ਯਸ਼ਾਇਆ ਦੀ ਪੋਥੀ ਪੜ੍ਹ ਰਿਹਾ ਸੀ। ਇਸ ਤਰ੍ਹਾਂ ਉਹ ਪਰਮੇਸ਼ਰ ਦੀ ਬਾਣੀ ਦੇ ਪ੍ਰਤੀ ਖੁੱਲੇ ਮਨ ਵਾਲਾ ਮਨੁੱਖ ਸੀ। ਪਰਮੇਸ਼ਰ ਦੀ ਬਾਣੀ ਦੇ ਪ੍ਰਤੀ ਖੁੱਲਾ ਮਨ। 8 ਅਧਿਆਇ 28 ਵਚਨ। ਇਹ ਜਾਣ ਪਛਾਣ ਇਸ ਤਰ੍ਹਾਂ ਹੈ, ਪ੍ਰਭੂ ਤੋਂ ਹੁਕਮ ਮਿਲਣਾ, ਪ੍ਰਚਾਰਕ ਦੇ ਦੁਆਰਾ ਆਗਿਆਕਾਰੀ, ਪਾਪੀ ਨੂੰ ਮਿਲਣ ਦਾ ਮੌਕਾ ਤੇ ਪਰਮੇਸ਼ਰ ਦੀ ਬਾਣੀ ਦੇ ਪ੍ਰਤੀ ਖੁੱਲਾ ਮਨ। ਹੁਣ ਇੱਥੇ ਆਪ ਕੋਲ ਆਪਣੇ ਆਪ ਨੂੰ ਕਰਨ ਲਈ ਬਹੁਤ ਸਾਰੇ ਸਵਾਲ ਹਨ। ਉਸਨੇ ਯਸ਼ਾਇਆ ਨਬੀ ਦੀ ਪੋਥੀ ਕਿਵੇਂ ਪ੍ਰਾਪਤ ਕੀਤੀ ਸੀ? ਮੈਂ ਹੈਰਾਨ ਹੁੰਦਾ ਹਾਂ ਕਿ ਉਹ ਕਿੱਥੇ ਇਹੋ ਜਿਹੀ ਚੀਜ਼ ਪ੍ਰਾਪਤ ਕਰੇਗਾ। ਉਹ ਹਬਸ਼ ਦੇਸ਼ ਤੋਂ ਹੈ, ਉਸਦੇ ਆਪਣੇ ਦੇਸ਼ ਵਿੱਚ ਇਹ ਮਿਲ ਨਹੀਂ ਸਕਦੀ। ਪਰ ਯਾਦ ਕਰੋ, ਉਹ ਯਰੂਸ਼ਲਮ ਤੋਂ ਹੋ ਕੇ ਆਇਆ ਸੀ। ਉਹ ਪੱਸਾ ਦੇ ਪਰਬ ਦੇ ਮੌਕੇ ਉੱਤੇ ਉੱਥੇ ਸੀ। ਸ਼ਾਇਦ ਉਹ ਇੱਕ ਵੱਡੇ ਧਨ ਦੌਲਤ ਵਾਲਾ ਮਨੁੱਖ ਹੈ। ਭਾਵੇਂ ਇਹ ਪੋਥੀਆਂ ਬਹੁਤ ਕੀਮਤੀ ਸਨ, ਪਰ ਉਸ ਕੋਲ ਇੱਕ ਪੋਥੀ ਖਰੀਦਣ ਲਈ ਪੈਸਾ ਹੈ ਸੀ, ਅਤੇ ਜੇਕਰ ਉਹ ਸੱਚਾਈ ਨੂੰ ਭਾਲ ਰਿਹਾ ਸੀ, ਅਤੇ ਹੋ ਸਕਦਾ ਹੈ ਕਿ ਉਹ ਉਸ ਪੋਥੀ ਦੀ ਦੁਕਾਨ ਉੱਤੇ ਗਿਆ ਸੀ ਅਤੇ ਇਸ ਪੋਥੀ ਨੂੰ ਖਿੜਕੀ ਵਿੱਚੋਂ ਵੇਖ ਕੇ ਉਸਨੇ ਆਖਿਆ ਸੀ, ਹੋ ਸਕਦਾ ਹੈ ਮੇਰੀਆਂ ਜ਼ਰੂਰਤਾਂ ਦੇ ਉੱਤਰ ਲਿਖਤ ਵਿੱਚ ਹੋਵੇ, ਅਤੇ ਉਸਨੇ ਯਸ਼ਾਇਆ ਨਬੀ ਦੀ ਇੱਕ ਪੋਥੀ ਨੂੰ ਖਰੀਦ ਲਿਆ ਸੀ। ਇਹ ਥੋੜਾ ਪੁਰਾਣੇ ਨੇਮ ਵਿੱਚ ਮਸੀਹਾ ਦੀ ਭਾਲ ਕਰ ਰਿਹਾ ਸੀ। ਹੁਣ ਇਸ ਸਾਰਾ ਦ੍ਰਿਸ਼ ਹੁਣ ਤਿਆਰ ਹੈ। ਹੁਣ ਜਾਣ ਪਛਾਣ ਹੋ ਚੁੱਕੀ ਹੈ, ਹਰ ਚੀਜ਼ ਤਿਆਰ ਹੈ, ਅਤੇ ਆਓ ਵੇਖੀਏ ਕਿ ਜਦੋਂ ਪਰਮੇਸ਼ਰ ਇਹਨਾਂ ਦੋਵਾਂ ਮਨੁੱਖਾਂ ਨੂੰ ਮਿਲਾਉਣਾ ਹੈ ਤਦ ਕੀ ਬੀਤਦਾ ਹੈ। ਸਭ ਤੋਂ ਪਹਿਲਾਂ ਅਸੀਂ ਵੇਖਦੇ ਹਾਂ ਉਹ ਖੋਜੀ ਅਤੇ ਉਹ ਜਿਸ ਨੂੰ ਭੇਜਿਆ ਗਿਆ ਹੈ, ਅਤੇ ਬਾਈਬਲ ਬਾਣੀ ਹੁਣ ਯਰੂਸ਼ਲਮ ਤੋਂ ਗਾਜ਼ਾ ਨੂੰ ਜਾਂਦੇ ਉੱਤੇ ਇੱਕ ਦੂਸਰੇ ਨੂੰ ਮਿਲਣ ਜਾ ਰਹੇ ਹਨ। ਖੁਸ਼ਖਬਰੀ ਬਾਰੇ ਗੱਲਬਾਤ। 8 ਅਧਿਆਇ 29 ਤੋਂ 35 ਵਚਨ। ਹੁਣ ਇੱਥੇ 29 ਐਤ ਤੋਂ ਆਰੰਭ ਕਰਕੇ ਖੁਸ਼ਖਬਰੀ ਬਾਰੇ ਗੱਲਬਾਤ ਦਾ ਆਰੰਭ ਹੁੰਦਾ ਹੈ। ਬਾਣੀ ਦੀ ਲਿਖਤ ਦੀ ਤੋੜ ਮਰੋੜ 8 ਅਧਿਆਇ 30 ਤੋਂ ਲੈ ਕੇ 34 ਵਚਨ। ਸਭ ਤੋਂ ਪਹਿਲਾਂ ਤਾਂ ਇਹ ਬਾਣੀ ਦੀ ਲਿਖਤ ਨੂੰ ਤੋੜਿਆ ਮਰੋੜਿਆ ਗਿਆ ਹੈ। ਗੌਰ ਕਰੋ ਕਿ 29 34 ਐਤਾਂ ਵਿੱਚ ਬਾਣੀ ਦੀ ਲਿਖਤ ਕੀ ਆਖਦੀ ਹੈ। ਹਾਂ, ਆਤਮਾ ਨੇ ਫਿਲਿਪਸ ਨੂੰ ਕਿਹਾ, ਅਗਾਂਹ ਚੱਲ ਅਤੇ ਐਸ ਰੱਥ ਨਾਲ ਮਿਲ ਜਾ। ਸੋ ਫਿਲਿਪਸ ਨੇ ਉਸ ਵੱਲ ਦੌੜ ਕੇ ਉਸ ਨੂੰ ਯਸ਼ਾਇਆ ਨਬੀ ਦੀ ਪੋਥੀ ਨੂੰ ਬਾਚਦੇ ਸੁਣਿਆ ਅਤੇ ਕਿਹਾ, ਜੋ ਕੁਝ ਤੁਸੀਂ ਬਾਚਦੇ ਹੋ ਸਮਝਦੇ ਵੀ ਹੋ? ਉਸਨੇ ਆਖਿਆ, ਜਦ ਭਾਈ ਕੋਈ ਮੈਨੂੰ ਰਾਹ ਨਾ ਦੱਸੇ, ਇਹ ਮੇਥੋਂ ਕਿਵੇਂ ਹੋ ਸਕੇ? ਫਿਰ ਉਸਨੇ ਫਿਲਿਪਸ ਅੱਗੇ ਬੇਨਤੀ ਕੀਤੀ ਕਿ ਮੇਰੇ ਨਾਲ ਤੂੰ ਚੜ੍ਹ ਬੈਠ। ਜੀ ਹਾਂ, ਫਿਲਿਪਸ ਪਵਿੱਤਰ ਆਤਮਾ ਦੀ ਆਗਿਆਕਾਰੀ ਕਰਦਾ ਹੋਇਆ ਖੋਜੇ ਦੇ ਰੱਥ ਵਿੱਚ ਬੈਠ ਗਿਆ ਔਰ ਉਹਦੇ ਨਾਲ ਦੌੜਦਾ ਜਾਂਦਾ ਸੀ। ਇਸ ਤਰ੍ਹਾਂ ਜਾਪਦਾ ਕਿ ਉਸ ਖੋਜੇ ਨੂੰ ਫਿਲਿਪਸ ਦੀ ਪੋਸ਼ਾਕ ਤੋਂ ਉਸ ਨੂੰ ਪਛਾਣ ਲਿਆ ਸੀ ਕਿ ਉਹ ਇੱਕ ਯਹੂਦੀ ਹੈ। ਇਸ ਕਰਕੇ ਉਸਨੇ ਫਿਲਿਪਸ ਨੂੰ ਆਪਣੇ ਰੱਥ ਵਿੱਚ ਬੈਠ ਕੇ ਉਸ ਦੇ ਨਾਲ ਯਾਤਰਾ ਕਰਨ ਨੂੰ ਬੁਲਾਇਆ ਸੀ। ਅਤੇ ਜਦੋਂ ਉਹ ਖੋਜਾ ਯਸ਼ਾਇਆ ਨਬੀ ਦੀ ਪੁਸਤਕ ਵਿੱਚੋਂ ਉੱਚੀ ਪੜ੍ਹ ਰਿਹਾ ਸੀ, ਤਦ ਫਿਲਿਪਸ ਨੇ ਉਸ ਨੂੰ ਇੱਕ ਮਹੱਤਵਪੂਰਨ ਸਵਾਲ ਪੁੱਛਿਆ। ਉਹ ਸਵਾਲ ਇਹ ਹੈ, ਅਤੇ ਇਹ ਉਹਨਾਂ ਚੀਜ਼ਾਂ ਵਿੱਚੋਂ ਇੱਕ ਹੈ ਜੋ ਕਿ ਜੇਕਰ ਆਪ ਕੈਨੇਡੀ ਦੇ ਧਮਾਕੇ ਨੂੰ ਕਦੀ ਵੀ ਸਿੱਖ ਸਕੋ ਤਦ ਆਪ ਜਾਣ ਲਓਗੇ। ਉਹ ਸਵਾਲਾਂ ਦਾ ਇਸਤੇਮਾਲ ਬਹੁਤ ਧਿਆਨਪੂਰਵਕ ਕਰਦੇ ਹਨ। ਇਹ ਹੈ ਉਹ ਸਵਾਲ ਜੋ ਉਸਨੇ ਪੁੱਛਿਆ ਸੀ। ਉਸਨੇ ਆਖਿਆ ਸੀ, ਜੋ ਕੁਝ ਤੁਸੀਂ ਬਾਚਦੇ ਹੋ ਸਮਝਦੇ ਵੀ ਹੋ? ਅਤੇ ਉਸ ਖੋਜੇ ਨੇ ਆਖਿਆ ਸੀ, ਜਦ ਤਾਈਂ ਕੋਈ ਮੈਨੂੰ ਇਹ ਨਾ ਸਮਝਾਏ ਇਸ ਦਾ ਅਰਥ ਕੀ ਹੈ, ਉਦੋਂ ਤੱਕ ਮੈਂ ਕਿਵੇਂ ਸਮਝ ਸਕਦਾ ਹਾਂ? ਹੁਣ ਉਹ ਬਾਣੀ ਦਾ ਭਾਗ ਜੋ ਖੋਜਾ ਪੜ੍ਹ ਰਿਹਾ ਸੀ ਉਹ ਸੀ ਯਸ਼ਾਇਆ 53 ਅਧਿਆਇ 6 ਔਰ 7 ਵਚਨ। ਕੀ ਇਹ ਰੋਚਕ ਨਹੀਂ ਹੈ ਕਿ ਪਰਮੇਸ਼ਰ ਨੇ ਖੋਜੇ ਨੂੰ ਠੀਕ ਸਮੇਂ, ਠੀਕ ਸਥਾਨ ਉੱਤੇ, ਠੀਕ ਵਿਅਕਤੀ ਨੂੰ ਮਿਲਣ ਲਈ ਤਿਆਰ ਰੱਖਿਆ ਸੀ, ਜੋ ਕਿ ਬਾਣੀ ਦੇ ਠੀਕ ਸਥਾਨ ਤੋਂ ਪੜ੍ਹ ਰਿਹਾ ਸੀ। ਆਪ ਯਸ਼ਾਇਆ ਨਬੀ ਦੀ ਪੁਸਤਕ ਨੂੰ 53 ਅਧਿਆਇ ਤੋਂ ਇਲਾਵਾ ਕਿਸੇ ਹੋਰ ਬਿਹਤਰ ਥਾਂ ਤੋਂ ਨਹੀਂ ਖੋਜ ਸਕਦੇ ਜੇਕਰ ਆਪ ਨੂੰ ਪੁਰਾਣੇ ਨੇਮ ਵਿੱਚ ਖੁਸ਼ਖਬਰੀ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋਵੋ। ਅੱਜ ਵੀ ਜ਼ਿਆਦਾਤਰ ਲੋਕ ਜੋ ਯਹੂਦੀਆਂ ਦੇ ਅੱਗੇ ਸਾਖੀ ਯਸ਼ਾਇਆ 53 ਅਧਿਆਇ ਵਿੱਚ ਹੀ ਰੱਖਦੇ ਹਨ। ਯਸ਼ਾਇਆ 53 ਅਧਿਆਇ ਵਿੱਚ ਕੀ ਹੈ? ਯਸ਼ਾਇਆ 53 ਅਧਿਆਇ 6 ਵਚਨ। ਅਸੀਂ ਸਾਰੇ ਭੇਡਾਂ ਵਾਂਗੂ ਭੁੱਲੇ ਫਿਰਦੇ ਸਾਂ, ਅਸੀਂ ਆਪਣੇ ਆਪਣੇ ਰਾਹਾਂ ਨੂੰ ਮੁੜੇ, ਅਤੇ ਯਹੋਵਾ ਨੇ ਸਾਡੀ ਸਾਰਿਆਂ ਦੀ ਬਦੀ ਉਸ ਉੱਤੇ ਲੱਦੀ। ਪਰ ਇੱਥੇ ਇਸ ਤਰ੍ਹਾਂ ਲਿਖਿਆ ਹੋਇਆ ਹੈ, ਉਹ ਭਾਗ ਜਿਸ ਵਿੱਚ ਉਸਨੇ ਪੜ੍ਹਿਆ ਸੀ ਉਹ ਸੀ ਆਇਤ 6 ਅਤੇ 7। ਉਹ ਭੇਡ ਦੀ ਨਿਆਈ ਕੱਟੇ ਜਾਣ ਨੂੰ ਲਿਆਂਦਾ ਗਿਆ, ਔਰ ਜਿਵੇਂ ਲੇਲਾ ਆਪਣੀ ਉੱਨ ਕਤਰਨ ਦੇ ਅੱਗੇ ਗੂੰਗਾ ਰਹਿੰਦਾ ਹੈ, ਤਿਵੇਂ ਹੀ ਉਹ ਆਪਣਾ ਮੂੰਹ ਨਹੀਂ ਖੋਲਦਾ। ਉਹਦੀ ਅਧੀਨਗੀ ਵਿੱਚ ਉਹਦਾ ਨਿਉ ਨਖੁੱਟ ਗਿਆ। ਉਹਦੀ ਪੀੜ੍ਹੀ ਦਾ ਕੌਣ ਬਿਆਨ ਕਰੇਗਾ, ਕਿਉਂਕਿ ਉਹਦੀ ਜਾਨ ਧਰਤੀ ਉੱਤੋਂ ਚੁੱਕੀ ਜਾਂਦੀ ਹੈ। ਰਸੂਲਾਂ ਦੇ ਕਰਤੱਵ 8 ਅਧਿਆਇ 32 ਵਚਨ ਤੋਂ ਲੈ ਕੇ 33 ਵਚਨ ਤੱਕ। ਯਸ਼ਾਇਆ ਨਬੀ ਦੇ ਇਹ ਵਚਨ ਭਵਿੱਖਬਾਣੀ ਵਜੋਂ ਪਿਲਾਤੂਸ ਦੇ ਸਨਮੁਖ ਯਸੂ ਦੀ ਸ਼ਰਮਨਾਕ ਪੇਸ਼ੀ ਦਾ ਜ਼ਿਕਰ ਕਰਦੇ ਹਨ। ਉਸ ਉੱਤੇ ਦੋਸ਼ ਲਾਉਣ ਵਾਲਿਆਂ ਦੇ ਸਾਹਮਣੇ ਉਸ ਦੀ ਚੁੱਪ, ਸ਼ਾਸਕਾਂ ਦੇ ਦੁਆਰਾ ਉਸ ਨਾਲ ਕੀਤਾ ਸ਼ਰਮਨਾਕ ਵਰਤਾਓ ਅਤੇ ਸਲੀਬ ਦੇ ਉੱਤੇ ਸਾਡੇ ਸਾਰਿਆਂ ਲਈ ਲੇਲੇ ਵਜੋਂ ਕੱਟੇ ਜਾਣ ਵਜੋਂ ਇਹੋ ਹੀ ਹੈ ਜੋ ਉਹ ਮਨੁੱਖ ਪੜ੍ਹ ਰਿਹਾ ਸੀ। ਉਸਨੇ ਇਸ ਦੇ ਅਰਥ ਨੂੰ ਨਹੀਂ ਸੀ ਸਮਝਿਆ, ਪਰ ਉਹ ਪੜ੍ਹ ਰਿਹਾ ਸੀ
ਅਤੇ ਉਹ ਸ਼ਾਇਦ ਇਸ ਨੂੰ ਉੱਚੀ ਆਵਾਜ਼ ਵਿੱਚ ਪੜ੍ਹ ਰਿਹਾ ਸੀ। ਫਿਲਿਪਸ ਪੁਰਾਣੇ ਨੇਮ ਨੂੰ ਜਾਣਦਾ ਸੀ। ਉਹ ਜੋ ਪੁਰਾਣੇ ਨੇਮ ਵਿੱਚ ਇਹ ਮਨੁੱਖ ਪੜ੍ਹ ਰਿਹਾ ਸੀ ਉਸ ਨੂੰ ਜਾਣਨ ਦੇ ਯੋਗ ਸੀ, ਅਤੇ ਜਿੱਥੇ ਉਹ ਪੜ੍ਹ ਰਿਹਾ ਸੀ ਉੱਥੋਂ ਸ਼ੁਰੂ ਕਰਕੇ ਇਸ ਮਨੁੱਖ ਨੂੰ ਖੁਸ਼ਖਬਰੀ ਸੁਣਾਉਣੀ ਸ਼ੁਰੂ ਕਰ ਸਕਿਆ ਸੀ। ਉਸ ਭਵਿੱਖਬਾਣੀ ਨੂੰ ਜੋ ਇਸ ਮਨੁੱਖ ਦੀ ਜਾਨ ਦੀ ਮੁਕਤੀ ਬਣ ਜਾ ਰਹੀ ਸੀ। 8:34 ਵਚਨ। ਤਾਂ ਉਸ ਖੋਜੇ ਨੇ ਅੱਗੋਂ ਫਿਲਿਪਸ ਨੂੰ ਆਖਿਆ, ਮੈਂ ਤੇਰੇ ਅੱਗੇ ਇਹ ਅਰਜ਼ ਕਰਦਾ ਹਾਂ, ਭਾਈ, ਨਬੀ ਕਿਹਦੀ ਗੱਲ ਕਰਦਾ ਹੈ, ਆਪਣੀ ਜਾਂ ਕਿਸੇ ਹੋਰ ਜਣੇ ਦੀ? ਉਸਨੇ ਯਸ਼ਾਇਆ ਨਬੀ ਦੇ ਇਸ ਭਾਗ ਨੂੰ ਪੜ੍ਹਿਆ ਅਤੇ ਫਿਰ ਉਸਨੇ ਫਿਲਿਪਸ ਵੱਲ ਮੁੜ ਕੇ ਆਖਿਆ ਕਿ ਇਹ ਯਸ਼ਾਇਆ ਨਬੀ ਦੇ ਬਾਰੇ ਹੈ ਜਾਂ ਕਿਸੇ ਹੋਰ ਦੇ ਬਾਰੇ ਹੈ। ਮੈਨੂੰ ਆਪ ਨੂੰ ਇਹ ਦੱਸਣਾ ਪੈਣਾ ਹੈ ਕਿ ਇਹ ਬਾਈਬਲ ਵਿੱਚ ਪਾਏ ਜਾਣ ਵਾਲੇ ਸਭ ਤੋਂ ਵੱਧ ਅਦਭੁਤ ਸਵਾਲਾਂ ਵਿੱਚੋਂ ਇੱਕ ਹੈ। ਇਹ ਤਾਂ ਨਿਕੋਦਿਮਸ ਦੇ ਸਵਾਲ ਦੀ ਤਰ੍ਹਾਂ ਹੀ ਹੈ ਜਦੋਂ ਉਸਨੇ ਯਿਸੂ ਨੂੰ ਵੇਖਿਆ ਅਤੇ ਆਖਿਆ ਸੀ, ਕੋਈ ਮਨੁੱਖ ਕਿਵੇਂ ਨਵੇਂ ਸਿਰੋਂ ਜੰਮ ਸਕਦਾ ਹੈ ਜਦੋਂ ਉਹ ਬੁੱਢਾ ਹੋ ਜਾਵੇ? ਜਾਂ ਫਿਰ ਇਹ ਤਾਂ ਫਿਲਿਪਸ ਦੋਰਗਾ ਦੇ ਸਵਾਲ ਦੀ ਤਰ੍ਹਾਂ ਹੀ ਹੈ ਜਿਸਨੇ ਪਾਲੂਸ ਅਤੇ ਸਿਲਾਸ ਨੂੰ ਪੁੱਛਿਆ ਸੀ, ਬਚਾਏ ਜਾਣ ਲਈ ਮੈਂ ਕੀ ਕਰਾਂ? ਕਿਉਂਕਿ ਇਹ ਉਹ ਸਵਾਲ ਜੋ ਪਰਮੇਸ਼ਰ ਨੇ ਉਸ ਦੇ ਦਿਲ ਵਿੱਚ ਪਾਇਆ ਸੀ। ਪਿਆਰੇ ਦਰਸ਼ਕੋ, ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹਿਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਦੋਸਤੋ, ਅੱਜ ਅਸੀਂ ਮਸੀਹ ਵਿਸ਼ਵਾਸ ਨਾਲ ਸੰਬੰਧ ਰੱਖਣ ਵਾਲੀ ਇੱਕ ਮਹੱਤਵਪੂਰਨ ਸਿੱਖਿਆ ਦੇ ਉੱਤੇ ਗੌਰ ਕਰ ਰਹੇ ਸੀ। ਸਾਡੀ ਅੱਜ ਦੀ ਸਿੱਖਿਆ ਦਾ ਵਿਸ਼ੇ ਬਪਤਿਸਮਾ ਸੀਗਾ। ਅਸੀਂ ਬਪਤਿਸਮਾ ਦੇ ਉੱਤੇ ਆਧਾਰਿਤ ਸਿੱਖਿਆ ਨੂੰ ਸਿੱਖ ਰਹੇ ਸੀ। ਕਿਸੇ ਵੀ ਮਸੀਹੀ ਵਿਅਕਤੀ ਦੇ ਲਈ ਬਪਤਿਸਮਾ ਦੇ ਬਾਰੇ ਸਹੀ ਜਾਣਕਾਰੀ ਹਾਸਿਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਬਪਤਿਸਮਾ ਦੀ ਸਿੱਖਿਆ ਦੇ ਲਈ ਅਸੀਂ ਹਵਾਲੇ ਦੇ ਰੂਪ ਵਿੱਚ ਰਸੂਲਾਂ ਦੇ ਕਰਤੱਵ ਉਸਦੇ 8 ਅਧਿਆਏ ਦੀ 26 ਆਇਤ ਤੋਂ ਲੈ ਕੇ 40 ਆਇਤਾਂ ਤੱਕ ਦਾ ਇਸਤੇਮਾਲ ਕੀਤਾ ਸੀ। ਦੋਸਤੋ, ਤੁਹਾਡੀ ਸਹੂਲੀਅਤ ਦੇ ਲਈ ਅਸੀਂ ਬਪਤਿਸਮਾ ਦੀ ਸਿੱਖਿਆ ਨੂੰ 3 ਹਿੱਸਿਆਂ ਵਿੱਚ ਵੰਡ ਦਿੱਤਾ ਸੀ। ਪਹਿਲਾ ਹਿੱਸਾ ਸੀਗਾ ਖੁਸ਼ਖਬਰੀ ਦੀ ਜਾਣ ਪਛਾਣ। ਦੂਜੇ ਹਿੱਸੇ ਵਿੱਚ ਅਸੀਂ ਖੁਸ਼ਖਬਰੀ ਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਸੀ ਅਤੇ ਤੀਜੇ ਹਿੱਸੇ ਵਿੱਚ ਖੁਸ਼ਖਬਰੀ ਨੂੰ ਕਬੂਲ ਕਰਨ ਦੇ ਲਈ ਸੱਦੇ ਬਾਰੇ ਸਿੱਖਿਆ ਸੀ। ਪਿਆਰੇ ਦਰਸ਼ਕੋ, ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੇ ਅਧਿਐਨ ਪ੍ਰੋਗਰਾਮ ਤੋਂ ਬਹੁਤ ਲਾਭ ਪ੍ਰਾਪਤ ਹੋਇਆ ਹੋਗਾ। ਦੋਸਤੋ, ਹੁਣ ਸਾਨੂੰ ਇਜਾਜ਼ਤ ਦਿਓ। ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨਾ ਚਾਹੁੰਦੇ ਹਾਂ। ਆਓ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਨੂੰ ਸਮਾਪਤ ਕਰੀਏ, ਅਸੀਂ ਪ੍ਰਾਰਥਨਾ ਕਰਦੇ ਹਾਂ। ਸਾਡੇ ਸੱਚੇ ਜਿੰਦਾ ਜਲਾਲੀ ਪਰਮੇਸ਼ਵਰ, ਸਾਡੇ ਉੱਤੇ ਆਪਣੀ ਕਿਰਪਾ ਦੀ ਬਾਰਿਸ਼ ਕਰਨ ਵਾਲੇ ਪ੍ਰਭੂ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਅੱਜ ਫਿਰ ਸਾਨੂੰ ਇੱਕ ਬਹੁਤ ਅੱਛੀ ਸਿੱਖਿਆ ਦਿੱਤੀ, ਜਿਹੜੀ ਕਿ ਮਸੀਹੀ ਵਿਸ਼ਵਾਸ ਦੀ ਇੱਕ ਮੁੱਢਲੀ ਸਿੱਖਿਆ ਪਿਤਾ। ਇਸ ਦੇ ਵਿੱਚ ਤੁਸੀਂ ਸਾਡੇ ਨਾਲ ਅੱਜ ਬਪਤਿਸਮਾ ਬਾਰੇ ਸਾਨੂੰ ਸਿਖਾਇਆ ਪ੍ਰਭੂ ਜੀ। ਅਸੀਂ ਇਸ ਸਿੱਖਿਆ ਵਾਸਤੇ ਤੁਹਾਡਾ ਧੰਨਵਾਦ ਕਰਦੇ ਹਾਂ, ਕਿਉਂਕਿ ਬਪਤਿਸਮਾ ਪ੍ਰਭੂ ਜੀ ਸਾਨੂੰ ਦੱਸਦਾ ਹੈ ਕਿ ਅਸੀਂ ਤੁਹਾਡਾ ਅੰਗੀਕਾਰ ਕੀਤਾ ਹੈ। ਅਸੀਂ ਤੁਹਾਡੀ ਘੋਸ਼ਣਾ ਕਰਦੇ ਹਾਂ ਕਿ ਤੁਸੀਂ ਸਾਡੇ ਪ੍ਰਭੂ ਹੋ। ਤੁਸੀਂ ਸਾਡੇ ਲਈ ਮਾਰੇ ਗਏ, ਗੱਡੇ ਗਏ ਔਰ ਮੁਰਦਿਆਂ ਵਿੱਚੋਂ ਜੀ ਉੱਠ ਗਏ। ਤੁਸੀਂ ਸਾਡੇ ਪਾਪਾਂ ਲਈ ਪਿਤਾ ਪਰਮੇਸ਼ਰ ਆਪਣੇ ਆਪ ਨੂੰ ਬਲੀਦਾਨ ਕੀਤਾ ਅਤੇ ਅਸੀਂ ਬਪਤਿਸਮਾ ਲੈ ਕੇ ਪ੍ਰਭੂ ਜੀ ਤੁਹਾਡੇ ਨਾਲ ਉਸ ਜ਼ਿੰਦਗੀ ਦੇ ਹੱਕਦਾਰ ਹੋ ਜਾਂਦੇ ਹਾਂ ਜੋ ਤੁਸੀਂ ਦੇਣਾ ਚਾਹੁੰਦੇ ਹੋ ਪ੍ਰਭੂ। ਬਪਤਿਸਮੇ ਦੀ ਅੱਜ ਦੀ ਸਿੱਖਿਆ ਪਿਤਾ ਪਰਮੇਸ਼ਰ ਸਾਡੇ ਜਿੰਨੇ ਵੀ ਵੇਖਣ ਵਾਲੇ ਆ ਉਹਨਾਂ ਦੇ ਦਿਲਾਂ ਵਿੱਚ ਪੂਰੀ ਤਰ੍ਹਾਂ ਨਕਸ਼ ਕਰ ਜਾਏ ਪਿਤਾ। ਅੱਛੀ ਤਰ੍ਹਾਂ ਇਸ ਗੱਲ ਨੂੰ ਸਮਝ ਜਾਣ ਪਿਤਾ। ਔਰ ਜਿਸ ਕਿਸੇ ਨੂੰ ਵੀ ਪਿਤਾ ਪਰਮੇਸ਼ਰ ਇਹ ਲੱਗਦਾ ਹੈ ਕਿ ਉਹਨੂੰ ਬਪਤਿਸਮਾ ਲੈਣ ਦੀ ਲੋੜ ਹੈ, ਤਾਂ ਪਿਤਾ ਪਰਮੇਸ਼ਰ ਤੁਸੀਂ ਉਹਨਾਂ ਦੇ ਜੀਵਨ 'ਚ ਗੱਲਬਾਤ ਕਰੋ ਔਰ ਉਹਨਾਂ ਦੇ ਰਸਤੇ ਨੂੰ ਖੋਲ੍ਹ ਦਿਓ ਪਿਤਾ ਪਰਮੇਸ਼ਰ। ਸਾਰਿਆਂ ਦੇ ਜੀਵਨ 'ਚ ਵੱਡੀ ਆਸ਼ੀਸ਼ ਔਰ ਬਰਕਤ ਹੋਏ। ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ, ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।